ज्ञान ध्यान किछ कर्म ना जाना, सार ना जाना तेरी। सब ते वड्डा सतगुरु नानक, जिन कल राखी मेरी। सब ते वड्डा सतगुरु नानक, जिन कल राखी मेरी। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਹਾਂ। ਅੱਜ 31ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸਪਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਜਗਤ ਨੂੰ ਸਚਿਆਰ ਬਣਨ ਦਾ ਉਪਦੇਸ਼ ਕੀਤਾ ਹੈ। ਕਿਵੇਂ ਸਚਿਆਰਾ ਹੋਈਐ, ਕਿਵੇਂ ਕੂੜੈ ਟੁੱਟੈ ਪਾਲ। ਸਚਿਆਰ ਕਿਵੇਂ ਬਣ ਜਾਈਏ, ਸਾਡੀ ਝੂਠ ਦੀ ਦੀਵਾਰ ਕਿਵੇਂ ਟੁੱਟ ਜਾਏ। ਉਹਦਾ ਇੱਕੋ ਇੱਕ ਸਾਧਨ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਹੁਕਮੀ ਦੇ ਹੁਕਮ ਵਿੱਚ ਆ ਜਾਣਾ। ਹੇ ਨਾਨਕ, ਇਹ ਰੀਤ ਜਦੋਂ ਤੋਂ ਜਗਤ ਬਣਿਆ ਉਦੋਂ ਤੋਂ ਹੀ ਨਾਲ ਚਲੀ ਆ ਰਹੀ ਹੈ ਕਿ ਜਿਹਨੇ ਸਚਿਆਰ ਬਣਨਾ ਹੈ ਉਹਨੂੰ ਮਾਲਕ ਦੇ ਨਿਯਮਾਂ ਦੇ ਵਿੱਚ ਜ਼ਿੰਦਗੀ ਬਤੀਤ ਕਰਨੀ ਪਏਗੀ। ਅਤੇ ਜਿਹੜਾ ਸਚਿਆਰ ਬਣ ਜਾਂਦਾ ਹੈ ਉਹ ਰੱਬ ਦਾ ਰੂਪ ਹੋ ਜਾਂਦਾ ਹੈ। ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਵਿਚਾਰਦੇ ਹਾਂ। ਜਿਸ ਦਿਨ ਜਪਜੀ ਸਾਹਿਬ ਦੇ ਗੁਣ ਸਾਡੇ ਵਿੱਚ, ਸਾਡੇ ਪਰਿਵਾਰ ਵਿੱਚ ਲਾਗੂ ਹੋ ਜਾਣਗੇ, ਸਾਡਾ ਜੀਵਨ ਸਚਿਆਰ ਹੋ ਜਾਏਗਾ, ਅਸੀਂ ਰੱਬ ਵਰਗੇ ਹੋ ਜਾਵਾਂਗੇ। ਅੱਜ ਗੁਰੂ ਨਾਨਕ ਪਾਤਸ਼ਾਹ ਸਾਡੇ ਜੀਵਾਂ 'ਤੇ ਮਿਹਰਾਮਤ ਕਰ ਰਹੇ ਹਨ। ਆਸਣ ਲੋਏ ਲੋਏ ਭੰਡਾਰ। ਜੋਗੀਆਂ ਦਾ ਜ਼ਿਕਰ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਅੱਗੋਂ ਉਪਦੇਸ਼ ਕਰ ਰਹੇ ਹਨ। ਜੋਗੀ ਲੋਕ ਇੱਕ ਵਿਸ਼ੇਸ਼ ਅਸਥਾਨ ਦੇ ਉੱਪਰ ਆਪਣਾ ਆਸਣ ਜਮਾ ਕੇ ਬੈਠਦੇ ਨੇ, ਪਰ ਗੁਰੂ ਜੀ ਆਖਦੇ ਨੇ ਮੇਰਾ ਰੱਬ ਐਸਾ ਹੈ, ਉਹਦਾ ਆਸਣ ਤੇ ਜ਼ਰੇ ਜ਼ਰੇ ਕਣ ਕਣ ਵਿੱਚ ਹੈ। ਜਿੱਥੇ ਜਾਂਦੇ ਹਾਂ ਉੱਥੇ ਹੀ ਉਹ ਨਜ਼ਰ ਆਉਂਦਾ ਹੈ। ਜੈ ਬੈਸਾਲਿਆਂ ਤੈ ਬੈਸਾਂ ਸੁਆਮੀ, ਜੈ ਭੇਜਿਆ ਤਹਿ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੈ ਪਵਿੱਤਰ ਥਾਵਾਂ। ਸਾਰੀਆਂ ਨਗਰੀਆਂ 'ਚ ਉਹੀ ਵਸਦਾ। ਸਾਨੂੰ ਘਰ ਘਰ ਛੱਡ ਕੇ ਜੰਗਲ ਪਹਾੜ ਜਾਣ ਦੀ ਲੋੜ ਨਹੀਂ ਪੈਂਦੀ, ਕਿਤੇ ਇਕਾਂਤ ਵਿੱਚ ਆਸਣ ਬਣਾਉਣ ਦੀ ਲੋੜ ਨਹੀਂ ਪੈਂਦੀ। ਘਰ ਵਿੱਚ ਵੀ ਤੇ ਉਹ ਹੈ, ਹਰ ਥਾਂ 'ਤੇ ਉਹਦਾ ਆਸਣ ਹੈ। ਜ਼ਰੇ ਜ਼ਰੇ ਵਿੱਚ ਦੁਕਾਨ 'ਤੇ ਬੈਠੀ ਦਾ ਹੈ, ਖੇਤੀਬਾੜੀ ਕਰੀਦੀ ਹੈ, ਉੱਥੇ ਉਹਦਾ ਆਸਣ ਹੈ, ਜਮਿਆ ਹੋਇਆ ਹੈ। ਉਸ ਪ੍ਰਭੂ ਦਾ ਆਸਣ ਸਿਰਫ ਇਸ ਧਰਤੀ 'ਤੇ ਨਹੀਂ, ਲੋਏ ਲੋਏ ਹਰੇਕ ਲੋਕ ਵਿੱਚ, ਹਰੇਕ ਦੁਨੀਆ, ਹਰੇਕ ਧਰਤੀ, ਸੂਰਜ, ਚੰਦਰਮਾ, ਆਕਾਸ਼, ਨਖੱਤਰ ਆਦਿ, ਇਸ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਉਹਦਾ ਆਸਣ ਟਿਕਿਆ ਹੋਇਆ, ਹਰੇਕ ਲੋਕ ਵਿੱਚ। ਅਤੇ ਕੇਵਲ ਆਸਣ ਹੀ ਨਹੀਂ ਟਿਕਿਆ, ਉਹ ਤਾਂ ਸਾਰਿਆਂ ਨੂੰ ਭੰਡਾਰ ਵੀ ਦੇ ਰਿਹਾ ਹੈ। ਹਰੇਕ ਲੋਕ ਵਿੱਚ ਉਹਦਾ ਭੰਡਾਰ ਵੀ ਭਰਿਆ ਪਿਆ ਹੈ। ਆਸਣ ਲੋਏ ਲੋਏ ਭੰਡਾਰ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਜੀਵਨ ਤੇ ਹੋਵੇ ਪਰ ਜੀਵਨ ਵਾਸਤੇ ਭੋਜਨ ਨਾ ਹੋਵੇ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਜੀਵਨ ਦੇ ਵਾਸਤੇ ਖੁਰਾਕ ਨਾ ਹੋਵੇ। ਹਰ ਥਾਂ 'ਤੇ ਹੈ। ਜਿੱਥੇ ਜੀਵਨ ਹੈ ਉੱਥੇ ਪ੍ਰਭੂ ਨੇ ਰੋਜ਼ੀ ਜ਼ਰੂਰ ਪੈਦਾ ਕੀਤੀ, ਉਸ ਪ੍ਰਭੂ ਨੇ ਭੋਜਨ ਜ਼ਰੂਰ ਰੱਖਿਆ। ਇਸ ਕਰਕੇ ਹਰੇਕ ਲੋਕ ਵਿੱਚ ਉਹਦੇ ਭੰਡਾਰ ਭਰੇ ਪਏ ਨੇ। ਲੱਖਾਂ ਸਾਲਾਂ ਤੋਂ ਲੋਕ ਧਰਤੀ ਵਿੱਚੋਂ ਫਲ, ਸਬਜ਼ੀਆਂ, ਅਨਾਜ ਕੱਢ ਕੱਢ ਕੇ ਖਾਈ ਜਾ ਰਹੇ ਨੇ, ਖਾਈ ਜਾ ਰਹੇ ਨੇ। ਇਸ ਧਰਤੀ 'ਚ ਇੰਨੇ ਭੰਡਾਰ ਭਰੇ ਨੇ, ਮੁੱਕਣ 'ਚ ਨਹੀਂ ਆਉਂਦੇ। ਜਿੱਥੇ ਜੀਵਨ ਹੈ ਉੱਥੇ ਭੋਜਨ ਜ਼ਰੂਰ ਹੈ। ਸਾਇੰਟਿਸਟਾਂ ਨੂੰ ਸ਼ੱਕ ਪਿਆ ਕਿ ਸਹਾਰਾ ਰੇਗਿਸਤਾਨ ਦੇ ਵਿੱਚ ਸ਼ਾਇਦ ਕਿਤੇ ਜੀਵਨ ਹੈ। ਮੀਲਾਂ ਤੱਕ ਫੈਲਿਆ ਹੋਇਆ ਰੇਤ ਦਾ ਇਲਾਕਾ, ਜਿੱਥੇ ਦਿਨ ਦੇ ਸਮੇਂ ਅੰਤਾਂ ਦੀ ਤਪਸ਼ ਗਰਮੀ ਹੈ, ਸੂਰਜ ਅੱਗ ਵਰਾਂਦਾ ਹੈ, ਰਾਤ ਨੂੰ ਅੰਤਾਂ ਦੀ ਠੰਡ ਹੈ, ਪਰ ਸ਼ੱਕ ਪਿਆ ਜੀਵਨ ਹੈ ਕਿਤੇ। ਉਹਨਾਂ ਨੇ ਕੈਮਰੇ ਲਗਾ ਦਿੱਤੇ। ਕੀ ਹੋਇਆ? ਜਦੋਂ ਅੱਧੀ ਰਾਤ ਹੋਈ, 11-12 ਵਜੇ, ਉਸ ਰੇਤ ਦੇ ਅੰਦਰੋਂ ਇੱਕ ਕੀੜਾ ਬਾਹਰ ਨਿਕਲਿਆ। ਤਬ ਤੱਕ ਰੇਤ ਠੰਡੀ ਹੋ ਰਹੀ ਹੈ, ਤਪਸ਼ ਘਟ ਗਈ ਹੈ। ਉਹ ਕੀੜਾ ਬਾਹਰ ਨਿਕਲਿਆ। ਉਸ ਕੀੜੇ ਦੇ 2 ਵਾਲ ਨੇ, ਉਹਨਾਂ ਦੋਨਾਂ ਵਾਲਾਂ ਦੇ ਉੱਪਰ 2 ਪਾਣੀ ਦੀਆਂ ਬੂੰਦਾਂ ਜੰਮ ਗਈਆਂ। ਹਾਈਡਰੋਜਨ ਤੇ ਆਕਸੀਜਨ ਤੇ ਹਵਾ ਵਿੱਚ ਹੀ ਹੈ ਨਾ। 2 ਹਿੱਸੇ ਹਾਈਡਰੋਜਨ, 1 ਹਿੱਸਾ ਆਕਸੀਜਨ, ਪਾਣੀ ਬਣ ਜਾਂਦਾ ਹੈ। H2O ਫਾਰਮੂਲਾ ਹੈ। ਮਾਲਕ ਨੇ ਉਹਦੇ ਵਾਲਾਂ ਵਿੱਚ ਐਸੀ ਸ਼ਕਤੀ ਪਾਈ, ਹਾਈਡਰੋਜਨ ਆਕਸੀਜਨ ਦਾ ਮੇਲ ਹੋਇਆ, ਦੋਨਾਂ ਵਾਲਾਂ ਉੱਪਰ 2 ਪਾਣੀ ਦੀਆਂ ਬੂੰਦਾਂ ਬਣ ਗਈਆਂ। ਉਸ ਕੀੜੇ ਨੇ ਆਪਣਾ ਮੂੰਹ ਨੀਵਾਂ ਕਰਕੇ ਇੱਕ ਵਾਲ ਨੂੰ ਮੂੰਹ 'ਚ ਪਾ
ਉਹ ਇੱਕ ਬੂੰਦ ਪੀ ਲਈ, ਫਿਰ ਦੂਸਰੇ ਵਾਲ ਦੀ ਬੂੰਦ ਮੂੰਹ ਵਿੱਚ ਪੀ ਲਈ, ਔਰ ਬਸ 2 ਪਾਣੀ ਦੀਆਂ ਬੂੰਦਾਂ ਪੀ ਕੇ ਉਹ ਫਿਰ ਧਰਤੀ ਅੰਦਰ ਗਹਿਰਾ ਚਲਾ ਗਿਆ, ਜਿੱਥੇ ਦੁਪਹਿਰ ਦੀ ਤਪਸ਼ ਤੋਂ ਬਚ ਸਕੇ, ਜਿੱਥੇ ਤਾਪਮਾਨ ਬਿਲਕੁਲ ਉਹਦੇ ਯੋਗ ਹੋਵੇ। ਜਿੱਥੇ ਜੀਵਨ ਹੈ ਉੱਥੇ ਭੋਜਨ ਜ਼ਰੂਰ ਹੈ। ਜਿੱਥੇ ਧਰਤੀਆਂ ਤੇ ਜੀਵ ਹੈ ਉੱਥੇ ਭੰਡਾਰ ਵੀ ਭਰੇ ਹੋਏ ਨੇ। ਆਸਣ ਲੋਏ ਲੋਏ ਭੰਡਾਰ, ਹਰੇਕ ਥਾਂ ਤੇ ਉਹਦੇ ਭੰਡਾਰੇ ਨੇ। ਹਰ ਥਾਂ ਤੇ ਉਹ ਜੀਵ ਨੂੰ ਕੁਛ ਨਾ ਕੁਛ ਦੇ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਉਦਾਹਰਨਾਂ ਦਿੱਤੀਆਂ ਬਾਣੀ 'ਚ। ਐ ਮੇਰੀ ਜਿੰਦੇ ਕਿਉਂ ਡੋਲ ਜਾਂਦੀ ਹੈ, ਕੀ ਬਣੇਗਾ? ਰੇ ਚਿਤ ਚੇਤਸ ਕੀ ਨਾ ਦਿਆਲ ਦਮੋਦਰ, ਦਿਵੈ ਨਾ ਜਾਣਸ ਕੋਈ, ਜੇ ਤਾਵੇਂ ਖੰਡ ਬ੍ਰਹਿਮੰਡ ਕੋ ਕਰਤਾ ਕਰੇ ਸੋ ਹੋਈ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ। ਮਾਤਾ ਦੇ ਉਦਰ ਦੀ ਅੱਗ ਵਿੱਚ ਜੀਵ ਹੈ, ਮਾਲਕ ਨੂੰ ਅੱਗ 'ਚ ਸੜਨ ਤੇ ਨਹੀਂ ਦੇ ਰਿਹਾ, ਭੋਜਨ ਜ਼ਰੂਰ ਦੇ ਰਿਹਾ ਹੈ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਐਸਾ ਖਸਮ ਹਮਾਰਾ। ਕੱਛੂ ਕੁੰਮੀ ਨੇ ਦਰਿਆ ਤੋਂ ਬਾਹਰ ਆ ਕੇ ਰੇਤ ਤੇ ਅੰਡੇ ਦਿੱਤੇ, ਆਪ ਚਲੀ ਗਈ। ਅੰਡਿਆਂ 'ਚੋਂ ਬੱਚੇ ਨਿਕਲੇ, ਉਹਨਾਂ ਕੋਲ ਪੀਣ ਲਈ ਦੁੱਧ ਨਹੀਂ। ਕੱਛੂ ਕੁੰਮੀ ਦੇ ਬੱਚਿਆਂ ਕੋਲ ਖੰਭ ਨਹੀਂ, ਉੱਡ ਕੇ ਚੋਗਾ ਲੱਭ ਲੈਣ। ਪ੍ਰਭੂ ਤੇ ਉਹਦੀ ਵੀ ਪਾਲਣਾ ਕਰਦਾ ਹੈ। ਕੁੰਮੀ ਜਲ ਮਹਿ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪੱਥਰ ਦਾ ਕੀੜਾ ਜਿਹਦਾ ਕੋਈ ਰਸਤਾ ਨਹੀਂ, ਅੰਦਰ ਕੀੜਾ ਹੈ। ਕੋਈ ਦਰਵਾਜ਼ਾ ਨਹੀਂ, ਕੋਈ ਬਾਰੀ ਨਹੀਂ, ਜਿੱਥੋਂ ਕੋਈ ਭੋਜਨ ਅੰਦਰ ਪਾ ਸਕੇ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਮਤ ਰੇ ਜੀੜ ਰਾਹੀ। ਪ੍ਰਭੂ ਪੱਥਰ ਵਿਚਲੇ ਕੀੜੇ ਨੂੰ ਪਾਲਦਾ, ਤੇਰੀ ਪਾਲਣਾ ਨਹੀਂ ਕਰੇਗਾ। ਕੋਈ ਮੈਡੀਕਲ ਸਾਇੰਸ ਦਾ ਸਟੂਡੈਂਟ ਇਹ ਕਹੇ, ਉਹ ਪੱਥਰ ਕਿਹਨੇ ਦੇਖਿਆ ਜਿਹਦੇ ਵਿੱਚ ਜੀਵ ਪਲ ਰਿਹਾ ਹੈ, ਜਿਹਦਾ ਦਰਵਾਜ਼ਾ ਬਾਰੀ ਕੋਈ ਨਹੀਂ, ਕਿਹਨੇ ਦੇਖਿਆ? ਅਸੀਂ ਤੇ ਦੇਖਦੇ ਹਾਂ, ਰੋਜ਼ ਦੇਖਦੇ ਹਾਂ। ਹਜ਼ਾਰਾਂ ਉਦਾਹਰਨਾਂ ਨੇ ਸਾਡੇ ਕੋਲ। ਕਿਸੇ ਪੰਛੀ ਦੇ ਅੰਡੇ ਨੂੰ ਦੇਖੋ, ਉਹਦਾ ਕੋਈ ਦਰਵਾਜ਼ਾ ਨਹੀਂ, ਬਾਰੀ ਨਹੀਂ। ਮੁਰਗੀ ਦੇ ਅੰਡੇ ਨੂੰ ਦੇਖੋ, ਅੰਡੇ ਦਾ ਕੋਈ ਦਰਵਾਜ਼ਾ ਬਾਰੀ ਨਹੀਂ, ਪਰ ਉਹਦੇ ਵਿੱਚ ਜੀਵ ਹੈ, ਔਰ 22 ਦਿਨ ਤੱਕ ਅੰਦਰ ਰਹਿੰਦਾ ਹੈ। ਮਾਲਕ ਨੇ ਉਸ ਜੀਵ ਦਾ ਭੋਜਨ ਅੰਡੇ ਦੇ ਅੰਦਰ ਹੀ ਪਾ ਦਿੱਤਾ, ਔਰ ਪੂਰੇ 22 ਦਿਨ ਬਾਅਦ ਜਦੋਂ ਉਹਦਾ ਅੰਦਰ ਦਾ ਭੋਜਨ ਮੁੱਕ ਜਾਂਦਾ ਹੈ, ਜੀਵ ਭੋਜਨ ਬਾਹਰ ਚੁਗਣ ਦੇ ਯੋਗ ਹੋ ਜਾਂਦਾ ਹੈ। ਜਾਂ ਇਸ ਤਰ੍ਹਾਂ ਕਹਿ ਲਓ ਕਿ ਜਦੋਂ ਜੀਵ ਬਾਹਰ ਚੋਗਾ ਚੁਗਣ ਦੇ ਯੋਗ ਹੋ ਜਾਂਦਾ ਹੈ, ਉਹਦਾ ਅੰਦਰਲਾ ਭੋਜਨ ਮੁੱਕ ਜਾਂਦਾ ਹੈ। ਇਹ ਕਰਾਮਾਤ ਨਹੀਂ ਕਿ ਜਿੰਨੇ ਦਿਨ ਜੀਵ ਨੇ ਅੰਡੇ 'ਚ ਰਹਿਣੇ, ਓਨੇ ਦਿਨ ਦਾ ਹੀ ਭੋਜਨ ਹੈ, ਨਾ ਇੱਕ ਦਿਨ ਘੱਟ, ਨਾ ਇੱਕ ਦਿਨ ਜ਼ਿਆਦਾ। ਉਸ ਅੰਡੇ ਦਾ ਕੋਈ ਦਰਵਾਜ਼ਾ ਬਾਰੀ ਨਹੀਂ, ਜੀਵ ਪਲ ਰਿਹਾ ਹੈ। ਕਾਹੇ ਰੇ ਮਨ ਚਿੱਤ ਮੈਂ ਉਦਮ, ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਜਿੱਥੇ ਜੀਵਨ ਹੈ, ਭੋਜਨ ਹੈ। ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੇ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਦੇਖੋ, ਅੱਧੀ ਦੁਨੀਆ ਤੇ ਸਮੁੰਦਰ 'ਚ ਹੀ ਪਲੀ ਜਾਂਦੀ ਹੈ। ਮਨਾ ਕਿਉਂ ਚਿੰਤਾ ਕਰਦੇ ਹੈ? ਸਮੁੰਦਰ ਦੇ ਵਿੱਚ ਕੋਈ ਖੇਤੀਬਾੜੀ ਨਹੀਂ ਕਰਦਾ, ਸਮੁੰਦਰ ਵਿੱਚ ਕੋਈ ਦੁਕਾਨਾਂ ਨਹੀਂ ਖੋਲ ਕੇ ਬੈਠਾ, ਉੱਥੇ ਤੇ ਕਰੰਸੀ ਕੋਈ ਨਹੀਂ ਚੱਲਦੀ, ਉੱਥੇ ਤੇ ਲੈਣ ਤੇ ਦੇਣ ਦੇ ਉਧਾਰ ਦੇ ਸੌਦੇ ਵੀ ਨਹੀਂ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜੰਤੂ ਪਾਇਨ, ਤਿਨਾ ਵੀ ਰੋਜ਼ੀ ਦੇ। ਉੱਥੇ ਹੱਟ ਨਾ ਚੱਲਈ, ਉੱਥੇ ਦੁਕਾਨਾਂ ਨਹੀਂ ਖੁੱਲੀਆਂ, ਨਾ ਕੋ ਕਿਰਸ ਕਰੇ, ਕੋਈ ਖੇਤੀਬਾੜੀ ਕਿਰਤ ਨਹੀਂ ਕਰਦਾ। ਸੌਦਾ ਮੂਲ ਨਾ ਹੋਵਈ, ਨਾ ਕੋ ਲਏ ਨਾ ਦੇ। ਉੱਥੇ ਲੈਣ ਤੇ ਦੇਣ ਦੇ ਉਧਾਰ ਦੇ ਸੌਦੇ ਵੀ ਨਹੀਂ, ਕਰੰਸੀ ਵੀ ਕੋਈ ਨਹੀਂ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਵੀ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਕਿਉਂ ਚਿੰਤਾ ਕਰਦਾ, ਕਿਉਂ ਡੋਲ ਜਾਂਦਾ ਹੈ? ਉੱਥੇ ਸਭ ਨੂੰ ਪਾਲਣ ਵਾਲਾ ਹੈ। ਜਦੋਂ ਕਦੀ ਮਨ ਵਿੱਚ ਇਹ ਖਿਆਲ ਆਏ, ਕੀ ਬਣੇਗਾ ਮੇਰਾ, ਕੀ ਬਣੇਗਾ ਮੇਰੇ ਬੱਚਿਆਂ ਦਾ, ਰਾਤ ਨੂੰ ਸਾਫ਼ ਅਸਮਾਨ ਵਿੱਚ ਦੇਖਿਓ, ਤਾਰੇ ਨਜ਼ਰ ਆਉਣਗੇ। ਇਹ ਤਾਰੇ ਕੀ ਨੇ? ਵੱਡੇ ਵੱਡੇ ਗੈਸਾਂ ਦੇ ਗੋਲੇ ਨੇ। ਧਰਤੀ ਤੋਂ ਵੱਡੀਆਂ ਧਰਤੀਆਂ, ਧਰਤੀ ਤੋਂ ਵੱਡੇ ਵੱਡੇ ਗ੍ਰਹਿ, ਸੂਰਜ ਤੋਂ ਵੱਡੇ ਵੱਡੇ ਸੂਰਜ, ਵੱਡੇ ਵੱਡੇ ਤਾਰੇ। ਜਿਹੜਾ ਪ੍ਰਭੂ ਏਡੇ ਏਡੇ ਵੱਡੇ ਗੈਸਾਂ ਦੇ ਗੋਲੇ ਚਲਾ ਸਕਦਾ ਹੈ, ਕਿ ਉਹ ਤੇਰੀ ਛੋਟੀ ਜਿਹੀ ਜ਼ਿੰਦਗੀ ਨਹੀਂ ਚਲਾਏਗਾ? ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਿਤ ਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਰੱਬ ਦਾ ਇੱਕ ਗੁਣ ਨਹੀਂ ਜਾਣਿਆ ਕਿ ਉਹ ਮੇਰੀ ਪਾਲਣਾ ਕਰੇਗਾ। ਜਿੱਥੇ ਜੀਵਨ ਹੈ ਉੱਥੇ ਭੰਡਾਰ ਜ਼ਰੂਰ ਹੈ, ਭੋਜਨ ਜ਼ਰੂਰ ਹੈ। ਆਸਣ ਲੋਏ ਲੋਏ ਭੰਡਾਰ। ਤੇ ਸਭ ਤੋਂ ਮਹਾਨ ਗੱਲ ਕੀ ਹੈ? ਜੋ ਕਿਛ ਪਾਇਆ ਸੋ ਏਕਾ ਵਾਰ। ਪ੍ਰਭੂ ਨੇ ਉਹਨਾਂ ਭੰਡਾਰਿਆਂ ਵਿੱਚ ਜੋ ਪਾਇਆ ਇੱਕੋ ਵਾਰ ਪਾ ਦਿੱਤਾ। ਇਹ ਨਹੀਂ ਕਿ ਧਰਤੀ 'ਚ ਹੁਣ ਫਲ ਨਿਕਲਣੇ ਬੰਦ ਹੋ ਗਏ, ਰੱਬ ਰੀਫਿਲ ਕਰਨ ਆਏਗਾ।
ਹੁਣ ਧਰਤੀ 'ਚੋਂ ਸਬਜ਼ੀਆਂ ਨਿਕਲਣੀਆਂ ਬੰਦ ਹੋ ਗਈਆਂ, ਖਤਮ ਹੋ ਗਈਆਂ। ਰੱਬ ਦੁਬਾਰਾ ਫਿਰ ਸਬਜ਼ੀਆਂ ਭਰਨ ਵਾਸਤੇ ਆਏਗਾ, ਸੋਨਾ ਚਾਂਦੀ ਲੋਹਾ ਤੇਲ ਅਬਰਕ ਭਰਨ ਵਾਸਤੇ ਆਏਗਾ? ਨਹੀਂ, ਉਹਨੇ ਇੱਕੋ ਵਾਰੀ ਜਿਹੜਾ ਪਾ ਦਿੱਤਾ, ਦੁਬਾਰਾ ਪਾਉਣ ਦੀ ਲੋੜ ਹੀ ਨਹੀਂ ਪਈ। ਭਾਵ ਉਹਨੇ ਨਿਯਮ ਹੀ ਐਸਾ ਬਣਾ ਦਿੱਤਾ ਕਿ ਧਰਤੀ ਵਿੱਚੋਂ ਹੀ ਚੀਜ਼ਾਂ ਨਿਕਲਦੀਆਂ ਨੇ, ਉਹਦੇ 'ਚ ਹੀ ਸਮਾ ਜਾਂਦੀਆਂ ਨੇ, ਫਿਰ ਨਿਕਲਦੀਆਂ ਨੇ, ਫਿਰ ਸਮਾ ਜਾਂਦੀਆਂ ਨੇ। ਇੱਕ ਸਿਸਟਮ ਬਣਾ ਦਿੱਤਾ, ਦੁਬਾਰਾ ਪਾਉਣ ਦੀ ਲੋੜ ਹੀ ਨਹੀਂ ਪਈ। ਜਿਵੇਂ ਮੰਨ ਲਓ ਕਿਤੇ ਨਕਲੀ ਫੁਹਾਰੇ ਚਲਾਏ ਜਾਂਦੇ ਨੇ, ਜਿਹੜਾ ਪਾਣੀ ਫੁਹਾਰੇ 'ਚੋਂ ਬਾਹਰ ਨਿਕਲ ਰਿਹਾ ਵਾਪਸ ਫਿਰ ਅੰਦਰ ਜਾ ਰਿਹਾ, ਫਿਰ ਬਾਹਰ ਨਿਕਲ ਰਿਹਾ। ਉਹੀ ਭੋਜਨ, ਉਹੀ ਫਲ ਸਬਜ਼ੀਆਂ ਵਾਪਸ ਫਿਰ ਜਾ ਰਹੀਆਂ ਨੇ ਧਰਤੀ 'ਚ, ਫਿਰ ਉੱਗ ਕੇ ਬਾਹਰ ਆ ਰਹੀਆਂ ਨੇ। ਇੱਕ ਸਿਸਟਮ ਬਣਾ ਦਿੱਤਾ, ਦੁਬਾਰਾ ਭਰਨ ਦੀ ਲੋੜ ਨਹੀਂ ਪਈ, ਧਰਤੀ ਨੂੰ ਰਿਫਿਲ ਕਰਨ ਦੀ ਲੋੜ ਨਹੀਂ ਪਈ। ਰੀਫਿਲ ਤੋਂ ਬਿਨਾਂ ਹੀ ਇੱਕੋ ਵਾਰ ਐਸਾ ਸਿਸਟਮ, ਨਿਯਮ ਭਰ ਦਿੱਤਾ ਕਿ ਲੱਖਾਂ ਸਾਲਾਂ ਤੋਂ ਜੀਵ ਖਾਂਦੇ ਆ ਰਹੇ ਨੇ, ਮੁੱਕਣ 'ਚ ਨਹੀਂ ਆਉਂਦਾ। ਜੋ ਕੁਛ ਪਾਇਆ ਸੋ ਇੱਕੋ ਵਾਰ ਸਿਸਟਮ, ਨਿਯਮ ਹੀ ਇਹੋ ਜਿਹਾ ਬਣਾ ਦਿੱਤਾ। ਇਹ ਜੀਵ ਇਹਨਾਂ ਨਿਯਮਾਂ ਨੂੰ ਵਰਤ ਕੇ ਧਰਤੀ 'ਚੋਂ ਫਲ ਸਬਜ਼ੀਆਂ ਕੱਢੀ ਜਾਈ, ਖਾਈ ਜਾਈ, ਇੱਕ ਦੀ ਮੁੱਕਣ ਗਿਆ ਨਹੀਂ। ਕਰ ਕਰ ਵੇਖੈ ਸਿਰਜਣਹਾਰ, ਕਰ ਮੈਨੇ ਪੈਦਾ ਕਰਕੇ ਵੇਖਿਆ, ਮੈਨੇ ਸੰਭਾਲ ਕਰਦਾ ਹੈ। ਸਿਰਜਣਹਾਰ ਜਿਹੜਾ ਪੈਦਾ ਕਰਨ ਵਾਲਾ ਹੈ, ਉਸ ਪ੍ਰਭੂ ਦੀ ਇਹ ਮਹਾਨਤਾ ਹੈ, ਉਹਦੀ ਖੂਬੀ ਹੈ। ਉਹ ਕੇਵਲ ਪੈਦਾ ਹੀ ਨਹੀਂ ਕਰਦਾ, ਪੈਦਾ ਕਰਕੇ ਛੱਡ ਹੀ ਨਹੀਂ ਦਿੰਦਾ, ਸੰਭਾਲ ਵੀ ਕਰ ਰਿਹਾ ਹੈ। ਇਹ ਨਹੀਂ ਕਿ ਪ੍ਰਭੂ ਨੇ ਪੌਦੇ ਨੂੰ ਪੈਦਾ ਕਰ ਦਿੱਤਾ, ਬੀਜ ਪੁੰਗਰਿਆ, ਪੌਦਾ ਨਿਕਲ ਆਇਆ ਤੇ ਰੱਬ ਨੇ ਛੱਡ ਦਿੱਤਾ, ਉਹਨੂੰ ਛੱਡਿਆ ਨਹੀਂ। ਉਸ ਪੌਦੇ ਦੀ ਪਾਲਣਾ ਵੀ ਕਰ ਰਿਹਾ ਹੈ, ਉਹਨੂੰ ਹਵਾ ਦੇ ਰਿਹਾ ਹੈ, ਉਸ ਪੌਦੇ ਨੂੰ ਬਰਸਾਤ ਕਰਕੇ ਪਾਣੀ ਵੀ ਦੇ ਰਿਹਾ ਹੈ, ਉਹਨੂੰ ਸੂਰਜ ਦੀ ਧੁੱਪ ਵੀ ਦੇ ਰਿਹਾ ਹੈ, ਨਾਲ ਉਹਦੀ ਪਾਲਣਾ ਵੀ ਕਰ ਰਿਹਾ ਹੈ। ਸਿਰਫ ਪੈਦਾ ਕਰਕੇ ਹੀ ਨਹੀਂ ਛੱਡ ਦਿੱਤਾ, ਕਰ ਵੇਖਿਆ, ਉਹ ਪੈਦਾ ਕਰਕੇ ਸੰਭਾਲ ਵੀ ਕਰ ਰਿਹਾ ਹੈ। ਇਹ ਨਹੀਂ ਕਿ ਉਹਨੇ ਬੱਚੇ ਨੂੰ ਪੈਦਾ ਕੀਤਾ, ਛੱਡ ਦਿੱਤਾ, ਬੱਚੇ ਨੇ ਜਨਮ ਲਿਆ, ਹੁਣ ਕੀ ਕਰੇ? ਬੱਚਾ ਨਾ ਤੇ ਬੋਲ ਸਕਦਾ ਕਿ ਮੈਨੂੰ ਭੋਜਨ ਦਿਓ, ਨਾ ਚੱਲ ਫਿਰ ਸਕਦਾ ਕਿ ਆਪਣਾ ਭੋਜਨ ਲੱਭ ਲਵੇ। ਉਹਦੀ ਸੰਭਾਲ ਵਾਸਤੇ ਪ੍ਰਭੂ ਨੇ ਮਾਂ, ਪਿਤਾ, ਭੈਣ, ਭਰਾ, ਰਿਸ਼ਤੇਦਾਰ ਪੈਦਾ ਕਰ ਦਿੱਤੇ, ਜਿਹੜੀ ਉਹਦੀ ਸੰਭਾਲ ਕਰਦੇ ਨੇ। ਮੋਹ ਇੱਕ ਐਸਾ ਗੁਣ ਹੈ, ਜੇ ਨਾ ਹੋਵੇ ਤੇ ਕੋਈ ਬੱਚਾ ਦੁਨੀਆ ਤੇ ਪਲੇ ਹੀ ਨਾ। ਪਸ਼ੂ ਪੰਛੀ 'ਚ ਮੋਹ ਨਾ ਹੋਵੇ, ਉਹ ਆਪਣੇ ਬੱਚਿਆਂ ਨੂੰ ਪਾਲਣ ਹੀ ਨਾ। ਮਾਂ 'ਚ ਮੋਹ ਨਾ ਹੋਵੇ, ਮਮਤਾ ਨਾ ਹੋਵੇ, ਬੱਚੇ ਨੂੰ ਪਾਲੇ ਹੀ ਨਾ। ਮੋਹ ਐਸਾ ਗੁਣ ਹੈ ਜਿਹੜਾ ਸੰਸਾਰ ਨੂੰ ਪਾਲ ਰਿਹਾ ਹੈ। ਪ੍ਰਭੂ ਨੇ ਜੀਵ ਨੂੰ ਪੈਦਾ ਕੀਤਾ, ਪੈਦਾ ਕਰਕੇ ਨਾਲ ਉਹਦੀ ਸੰਭਾਲ ਵਾਸਤੇ ਵੀ ਤਿਆਰੀ ਕਰ ਦਿੱਤੀ। ਪ੍ਰਭੂ ਨੂੰ ਪਤਾ ਹੈ ਬੱਚੇ ਨੂੰ ਜਨਮ ਦੇ ਦਿੱਤਾ, ਇਹਦੇ ਮੂੰਹ 'ਚ ਦੰਦ ਨਹੀਂ, ਇਹ ਭੋਜਨ ਖਾ ਨਹੀਂ ਸਕਦਾ, ਚਬਾ ਨਹੀਂ ਸਕਦਾ, ਉਹਦੇ ਲਈ ਦੁੱਧ ਦਾ ਪ੍ਰਬੰਧ ਕਰ ਦਿੱਤਾ। ਸਿਰਫ ਪੈਦਾ ਨਹੀਂ ਕੀਤਾ, ਉਹਦੀ ਸੰਭਾਲ ਵੀ ਕਰ ਰਿਹਾ ਹੈ, ਮਾਂ ਦੇ ਦੁੱਧ ਦਾ ਪ੍ਰਬੰਧ ਕਰ ਦਿੱਤਾ ਤਾਂ ਕਿ ਬੱਚਾ ਭੁੱਖਾ ਨਾ ਰਹਿ ਜਾਏ। ਉਹ ਨਿਕਾਸ ਤੇ ਕਰ ਰਿਹਾ ਹੈ, ਨਿਕਾਸ ਦੇ ਨਾਲ ਵਿਕਾਸ ਵੀ ਕਰ ਰਿਹਾ ਹੈ, ਵਿਕਾਸ ਤੋਂ ਬਾਅਦ ਵਿਨਾਸ਼ ਵੀ ਕਰਦਾ ਹੈ। ਜਨਮ ਉਹਨੇ ਦਿੱਤਾ ਹੈ, ਜੀਵਨ ਵੀ ਚਲਾ ਰਿਹਾ ਹੈ, ਬਾਅਦ ਵਿੱਚੋਂ ਜੀਵਨ ਖਤਮ ਵੀ ਕਰ ਦਿੰਦਾ ਹੈ। ਸਾਰਾ ਕੁਛ ਹੈ। ਕਰ ਵੇਖਿਆ ਸਿਰਜਣਹਾਰ, ਉਹ ਜੋ ਕੁਛ ਕਰਦਾ ਹੈ ਕਰਕੇ ਵੇਖਦਾ, ਸੰਭਾਲ ਵੀ ਕਰਦਾ ਹੈ। ਔਰ ਜੋ ਅਸੀਂ ਕਰਦੇ ਹਾਂ ਉਹ ਵੀ ਵੇਖ ਰਿਹਾ, ਉਹ ਸਾਨੂੰ ਵਾਚ ਰਿਹਾ ਹੈ, ਸਾਡੇ ਹਰ ਕੰਮ ਨੂੰ ਦੇਖ ਰਿਹਾ ਹੈ। ਕਰ ਵੇਖਿਆ, ਜਿਹੜਾ ਉਹ ਕਰਮ ਕਰਦਾ ਨਿਯਮਾਂ ਦੇ ਵਿੱਚ, ਨਾਲ ਦੇਖਦਾ ਵੀ ਹੈ। ਜੋ ਅਸੀਂ ਕਰਦੇ ਹਾਂ ਸਾਨੂੰ ਫਲ ਵੀ ਨਾਲ ਦੇਈ ਜਾ ਰਿਹਾ ਹੈ। ਜੇ ਮੈਂ ਕਿਸੇ ਨੂੰ ਬੁਰਾ ਕਹਿੰਦਾ ਹਾਂ, ਕਿਸੇ ਦੀ ਨਿੰਦਾ ਕਰਦਾ ਹਾਂ, ਕਿਸੇ ਨਾਲ ਲੜਾਈ ਕਰਦਾ ਹਾਂ, ਤੇ ਉਹ ਵਾਚ ਕਰ ਰਿਹਾ, ਵੇਖ ਰਿਹਾ, ਉਹ ਨਾਲ ਫਲ ਵੀ ਦੇ ਰਿਹਾ। ਉਹਦੇ ਨਾਲ ਕੀ ਹੁੰਦਾ ਹੈ? ਮੇਰੇ ਅੰਦਰ ਈਰਖਾ ਭਰ ਜਾਂਦੀ ਹੈ, ਦਵੈਸ਼ ਭਰ ਜਾਂਦੀ ਹੈ। ਉਸ ਚੀਜ਼ ਦਾ, ਉਸ ਕਰਮ ਦਾ ਫਲ ਮੈਂ ਭੋਗ ਰਿਹਾ। ਜੇ ਮੈਂ ਕਿਸੇ ਨਾਲ ਮਿੱਠਾ ਬੋਲਦਾ ਹਾਂ, ਪ੍ਰੇਮ ਪਿਆਰ ਵਾਲਾ ਮਿਲਾਪ ਰੱਖਦਾ ਹਾਂ, ਮਿਲਵਰਤਨ ਰੱਖਦਾ ਹਾਂ, ਤੇ ਪ੍ਰਭੂ ਮੇਰੇ ਅੰਦਰ ਪ੍ਰੇਮ ਪੈਦਾ ਕਰ ਦਿੰਦਾ ਹੈ, ਖੁਸ਼ੀਆਂ ਖੇੜੇ ਪੈਦਾ ਕਰ ਦਿੰਦਾ ਹੈ। ਉਹ ਦੇਖ ਰਿਹਾ ਹੈ, ਉਹ ਵਾਚ ਵੀ ਕਰ ਰਿਹਾ ਹੈ। ਨਿਯਮਾਂ ਦੇ ਤਹਿਤ ਉਹ ਵਾਚ ਕਰ ਰਿਹਾ ਹੈ। ਨਿਯਮ ਸਾਨੂੰ ਵਾਚ ਕਰ ਰਹੇ ਨੇ, ਨਿਯਮ ਸਾਨੂੰ ਦੇਖ ਰਹੇ ਨੇ। ਜੇ ਮੈਂ ਕਿਸੇ ਚੀਜ਼ ਦੀ ਦਵਾਈ ਬਣਾ ਦਿੱਤੀ ਤੇ ਨਿਯਮ ਨੂੰ ਪਤਾ ਹੈ ਇਸ ਦਵਾਈ ਦੇ ਸਾਈਡ ਇਫੈਕਟ ਹੋ ਸਕਦੇ ਨੇ, ਮੈਂ ਦਵਾਈ ਖਾ ਕੇ ਰੋਗ ਤੇ ਕੱਟ ਲੈਣਾ, ਸਾਈਡ ਇਫੈਕਟ ਵੀ ਹੋ ਜਾਂਦੇ ਨੇ। ਜਿਸ ਦਿਨ ਉਹਨਾਂ ਨਿਯਮਾਂ ਨੂੰ ਸਮਝ ਲਵਾਂਗਾ, ਮੈਂ ਸਾਈਡ ਇਫੈਕਟਸ ਜਿਹੜੇ ਨੇ ਉਹ ਕੱਢ ਦਿਆਂਗਾ, ਉਹ ਦਵਾਈ ਤਿਆਰ ਕਰਾਂਗਾ ਜਿਹਦੇ ਨਾਲ ਰੋਗ ਕੱਟਿਆ ਜਾਏ, ਸਾਈਡ ਇਫੈਕਟ ਨਾ ਹੋਣ। ਪਰ ਨਿਯਮ ਉਹਨਾਂ ਨੇ ਤੇ ਫਲ ਦੇਣਾ ਹੀ ਦੇਣਾ ਹੈ, ਨਿਯਮ ਕੱਟੇ ਨਹੀਂ ਜਾ ਸਕਦੇ। ਉਹ ਵਾਚ ਕਰ ਰਹੇ ਨੇ, ਸਾਨੂੰ ਦੇਖ ਰਹੇ ਨੇ, ਅਸੀਂ ਕੀ ਕਰ ਰਹੇ ਹਾਂ ਸਭ ਦੇਖ ਰਹੇ ਨੇ। ਅਸੀਂ ਕੀ ਕਰ ਰਹੇ ਹਾਂ? ਅਸੀਂ ਉਹ ਕਰੀਏ ਜਿਹਦੇ ਨਾਲ ਨਿਯਮਾਂ ਦੇ ਤਹਿਤ ਚੱਲ ਕੇ ਸੰਸਾਰ ਸੁਖੀ ਤੇ ਸ਼ਾਂਤ ਹੋ ਜਾਏ। ਅਸੀਂ ਦੁਨੀਆ ਨੂੰ ਜੰਗਲ ਨਹੀਂ ਬਣਾਉਣ ਆਏ, ਹਰ ਕਾ ਬਾਗਰਾ, ਰੱਬ ਦਾ ਸੋਹਣਾ ਬਾਗ, ਇਹਨੂੰ ਮੰਨਣ ਆਏ ਹਾਂ, ਇਹਦੀ ਸੰਭਾਲ ਵਾਸਤੇ ਆਏ ਹਾਂ, ਇਹਨੂੰ ਹੋਰ ਵਧੀਆ ਬਣਾਉਣ ਲਈ ਆਏ ਹਾਂ। ਗੁਰੂ ਸਾਹਿਬ ਦੇ ਜ਼ਮਾਨੇ ਵਿੱਚ ਚੜ੍ਹਾਵੇ ਬਹੁਤ ਚੜ੍ਹਦੇ ਸਨ, ਮਾਇਆ ਉਦੋਂ ਵੀ ਬੜੀ ਚੜ੍ਹਦੀ ਸੀ, ਅੱਜ ਵੀ ਬੜੀ ਚੜ੍ਹਦੀ ਹੈ।
ਅੱਜ ਚੜ੍ਹਦੀ ਉਸ ਮਾਇਆ ਦਾ ਕੀ ਹੁੰਦਾ ਸਾਡੇ ਸਾਹਮਣੇ ਹੈ। ਪਰ ਜਦੋਂ ਗੁਰੂ ਸਾਹਿਬ ਦੇ ਜ਼ਮਾਨੇ 'ਚ ਮਾਇਆ ਚੜ੍ਹਦੀ ਸੀ, ਗੁਰੂ ਹਰ ਕਾ ਬਾਗਰਾ ਸੋਹਣਾ ਬਣਾਉਂਦੇ ਸਨ। ਉਹਨਾਂ ਨੇ ਦੇਖਿਆ ਲੋਕਾਂ ਕੋਲ ਘਰ ਨਹੀਂ, ਗੁਰੂ ਸਾਹਿਬ ਨੇ ਘਰ ਬਣਾ ਕੇ ਦਿੱਤੇ ਬੇਘਰਿਆਂ ਨੂੰ, ਆਓ ਇੱਥੇ ਰਹੋ। ਉਸ ਗੋਲਕ ਦੀ ਮਾਇਆ ਦੇ ਨਾਲ ਜਿਨ੍ਹਾਂ ਕੋਲ ਕੰਮਕਾਰ ਨਹੀਂ ਸੀ, ਦੁਕਾਨਾਂ ਖੋਲ੍ਹ ਕੇ ਦਿੱਤੀਆਂ, ਉਹਨਾਂ 'ਚ ਸਮਾਨ ਪਾ ਕੇ ਦਿੱਤਾ, ਰੁਜ਼ਗਾਰ ਦੇ ਮੌਕੇ ਪੈਦਾ ਕੀਤੇ, ਲੋ ਕੰਮਕਾਰ ਕਰੋ, ਕਿਰਤ ਕਰੋ। ਬਜ਼ੁਰਗਾਂ ਨੂੰ ਆਸਰੇ ਬਣਾ ਕੇ ਦਿੱਤੇ। ਪਹਿਲਾ ਆਸਰਾ ਤਰਨਤਾਰਨ ਸਾਹਿਬ ਹੈ, ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਣਾਇਆ। ਜਿੱਥੇ ਪਾਣੀ ਨਹੀਂ ਉੱਥੇ ਖੂਹ ਖੁਦਵਾਏ, ਬੋਲੀਆਂ ਲਵਾਈਆਂ, ਹਰਟ ਲਵਾਏ, ਬਾਗ ਬਣਾਏ, ਦਵਾ ਨਹੀਂ ਦਵਾਖਾਨੇ ਖੋਲੇ, ਨਗਰ ਤਿਆਰ ਕੀਤੇ, ਕਰਤਾਰਪੁਰ ਨਗਰ ਤਿਆਰ ਕੀਤਾ, ਇੱਕ ਮਾਡਲ ਦਿੱਤਾ ਦੁਨੀਆ ਨੂੰ ਕਿ ਇੱਦਾਂ ਵੀ ਪਿਆਰ ਨਾਲ ਸਚਿਆਰ ਬਣ ਕੇ ਮਿਲ ਕੇ ਰਿਹਾ ਜਾ ਸਕਦਾ ਹੈ। 10, 20, 50 ਪਰਿਵਾਰ ਇਕੱਠੇ ਇਸ ਤਰ੍ਹਾਂ ਰਹਿ ਸਕਦੇ ਨੇ, ਜਿੱਥੇ ਸਾਰੇ ਇੱਕ ਦੂਜੇ ਨਾਲ ਮਿਲਵਰਤਨ ਕਰਦੇ ਹੋਣ। ਇਹ ਨਗਰ ਹੈ ਕਰਤਾਰ ਦੇ, ਰੱਬ ਦੇ ਘਰ ਦਾ ਨਗਰ ਹੈ, ਇਸ ਕਰਕੇ ਕਰਤਾਰਪੁਰ ਹੈ। ਇੱਦਾਂ ਰੱਬ ਵਾਂਗੂ ਰਿਹਾ ਜਾ ਸਕਦਾ ਹੈ। ਇੱਥੇ ਲੋਕ ਨਹੀਂ ਰਹਿ ਰਹੇ, ਇੱਥੇ ਰੱਬ ਵਸ ਰਿਹਾ ਹੈ, ਨਜ਼ਰ ਆ ਰਿਹਾ ਵਸਦਾ। ਇਹ ਹੈ ਮੱਥੇ ਦੇ ਨਿਸ਼ਾਨ, ਮੱਥੇ 'ਚੋਂ ਰੱਬ ਪ੍ਰਗਟ ਹੋ ਰਿਹਾ ਹੈ, ਅਮੁੱਲ ਨਿਸ਼ਾਨ, ਰੱਬ ਦੀ ਨਿਸ਼ਾਨੀ ਚਮਕ ਰਹੀ ਹੈ। ਇਹ ਰੱਬ ਵਰਗੇ ਨੇ। ਤੇ ਜਿਸ ਨਗਰ ਨੂੰ ਬਣਾ ਕੇ ਗੁਰੂ ਸਾਹਿਬ ਇੱਕ ਮਾਡਲ ਦੁਨੀਆ ਨੂੰ ਦੇ ਸਕਦੇ ਨੇ ਕਿ 15-20 ਪਰਿਵਾਰ ਇਸ ਤਰ੍ਹਾਂ ਪ੍ਰੇਮ ਨਾਲ ਰਹਿ ਸਕਦੇ ਨੇ। ਜਿੱਥੇ 15-20 ਪਰਿਵਾਰ ਰਹਿ ਸਕਦੇ ਨੇ, ਉੱਥੇ 15-20 ਹਜ਼ਾਰ ਵੀ ਰਹਿ ਸਕਦੇ ਨੇ, 15-20 ਲੱਖ ਪਰਿਵਾਰ ਵੀ ਰਹਿ ਸਕਦੇ ਨੇ, ਉਦੋਂ ਪੂਰੀ ਦੁਨੀਆ ਵੀ ਰਹਿ ਸਕਦੀ ਹੈ। ਇੱਕ ਮਾਡਲ ਦੇ ਦਿੱਤਾ, ਇਸ ਤਰ੍ਹਾਂ ਰਿਹਾ ਜਾ ਸਕਦਾ ਹੈ, ਸੰਭਾਵਨਾ ਹੈ। ਇਸ ਕਰਕੇ ਕਰਨਾ ਪਏਗਾ ਕੁਝ ਨਿਯਮਾਂ ਦੇ ਵਿੱਚ। ਪ੍ਰਭੂ ਵਾਚ ਕਰ ਰਿਹਾ, ਸਾਡੇ ਕਰਮਾਂ ਨੂੰ ਦੇਖਦਾ ਹੈ, ਸਾਨੂੰ ਪਾਲ ਰਿਹਾ ਹੈ, ਸਾਡੀ ਸੰਭਾਲ ਕਰਦਾ ਹੈ। ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਨਾਨਕ ਸੁਬੋਧਨ ਆ ਗਿਆ, ਹੈ ਨਾਨਕ ਸੱਚੇ ਕੀ ਸਾਚੀ ਕਾਰ। ਉਹ ਸੱਚੇ ਪ੍ਰਭੂ ਦੀ ਕਾਰ ਮੈਨੇ, ਉਹਦਾ ਕੰਮ ਸੱਚਾ ਹੈ, ਉਹਦੇ ਕਿਸੇ ਕੰਮ 'ਚ ਉਕਾਈ ਨਹੀਂ ਹੈ, ਉਹਦਾ ਕੰਮ ਸੰਪੂਰਨ ਹੈ, ਬਿਨਾਂ ਉਕਾਈ ਤੋਂ ਹੈ। ਉਹਦੇ ਕਿਸੇ ਕੰਮ 'ਚ ਕਮਜ਼ੋਰੀ ਨਹੀਂ ਹੈ, ਦੋਸ਼ ਨਹੀਂ ਹੈ, ਉਹ ਜੋ ਕਰਦਾ ਹੈ ਠੀਕ ਕਰਦਾ ਹੈ। ਸਾਡੇ 'ਚ ਕਮੀਆਂ ਹੋ ਸਕਦੀਆਂ ਨੇ, ਸਾਡੇ ਕਰਮਾਂ ਦੇ ਵਿੱਚ ਦੋਸ਼ ਹੋ ਸਕਦੇ ਨੇ, ਸਾਡੇ 'ਚ ਕਮਜ਼ੋਰੀਆਂ ਹੋ ਸਕਦੀਆਂ ਨੇ। ਪ੍ਰਭੂ ਦੇ ਕਿਸੇ ਕਾਰ ਵਿੱਚ ਉਕਾਈ ਕੋਈ ਨਹੀਂ ਹੈ। ਉਸ ਸੱਚੇ ਪ੍ਰਭੂ ਦੀ ਕਾਰ ਸੱਚੀ ਹੈ। ਮੈਨੂੰ ਆਪਣੇ ਕਾਰ 'ਚੋਂ ਉਕਾਈ ਨਜ਼ਰ ਆ ਸਕਦੀ ਹੈ, ਆਪਣੇ 'ਚੋਂ ਕਮਜ਼ੋਰੀ ਦਿਖ ਸਕਦੀ ਹੈ, ਜਾਂ ਮੈਂ ਰੱਬ ਦੇ ਕੰਮ 'ਚੋਂ ਵੀ ਕਮਜ਼ੋਰੀ ਦੇਖ ਸਕਦਾ, ਉਹ ਮੇਰਾ ਸਵਾਰਥ ਹੋਏਗਾ। ਪਰ ਉਹਦੀ ਕਾਰ ਸੱਚੀ ਹੈ। ਮੈਂ ਕਹਿ ਸਕਦਾ ਵਾਂ ਕਿ ਬਾਹਰ ਮੀਂਹ ਪੈ ਰਿਹਾ ਹੈ, ਕਿ ਇਹ ਮੀਂਹ ਮੇਰੇ ਕੱਪੜਿਆਂ ਨੂੰ ਖਰਾਬ ਕਰ ਦੇਗਾ, ਇਹ ਮੈਂ ਰੱਬ 'ਚੋਂ ਉਕਾਈ ਕੱਢ ਰਿਹਾ, ਪਰ ਉਹਦੀ ਉਕਾਈ ਨਹੀਂ, ਕਿਉਂਕਿ ਮੈਂ ਸਵਾਰਥੀ ਹਾਂ। ਮੈਂ ਆਪਣੇ ਕੱਪੜੇ ਬਚਾਉਣੇ ਚਾਹੁੰਦਾ, ਤਾਂ ਕਹਿ ਰਿਹਾ ਵੀ ਬਾਹਰ ਮੀਂਹ ਪੈ ਰਿਹਾ, ਮੇਰੇ ਕੱਪੜੇ ਭਿੱਜ ਜਾਣਗੇ। ਪਰ ਉਹਦੇ ਨਿਯਮ 'ਚ ਉਕਾਈ ਨਹੀਂ ਹੈ। ਉਹਨੂੰ ਪਤਾ ਇਸ ਬਰਸਾਤ ਦੇ ਨਾਲ ਕਿੰਨੀ ਦੁਨੀਆ ਨੇ ਪਲਣਾ ਹੈ, ਕਿੰਨੀਆਂ ਫਲ ਸਬਜ਼ੀਆਂ ਹੋਣਗੀਆਂ, ਕਿੰਨਿਆਂ ਨੂੰ ਪੀਣ ਨੂੰ ਪਾਣੀ ਮਿਲੇਗਾ, ਕਿੰਨਿਆਂ ਨੂੰ ਰਿਜ਼ਕ ਮਿਲੇਗਾ, ਕਿੰਨੀ ਸ਼ਾਂਤੀ ਹੋਏਗੀ, ਕਿੰਨੀ ਧਰਤੀ ਠੰਡੀ ਹੋਏਗੀ, ਕਿੰਨਾ ਕੁਛ ਹੋਏਗਾ। ਪਰ ਜਦੋਂ ਮੈਂ ਸਵਾਰਥੀ ਬਣ ਜਾਂਦਾ ਆਪਣੇ ਕੱਪੜਿਆਂ ਨੂੰ ਬਚਾਉਣ ਵਾਸਤੇ, ਉਦੋਂ ਮੈਂ ਉਕਾਈ ਕੱਢ ਦਿੰਦਾ, ਰੱਬਾ ਇਹ ਮੀਂਹ ਗਲਤ ਪੈ ਰਿਹਾ ਹੈ, ਇੱਥੇ ਭੁਚਾਲ ਨਹੀਂ ਸੀ ਆਉਣਾ ਚਾਹੀਦਾ, ਜਾਂ ਇੱਥੇ ਸੁਨਾਮੀ ਨਹੀਂ ਸੀ ਆਉਣੀ ਚਾਹੀਦੀ, ਜਾਂ ਇੱਥੇ ਆਹ ਕੰਮ ਨਹੀਂ ਸੀ ਹੋਣਾ ਚਾਹੀਦਾ। ਪਰ ਕੁਝ ਚੀਜ਼ਾਂ ਐਸੀਆਂ ਨੇ ਜਦੋਂ ਅਸੀਂ ਕੁਦਰਤ ਦੇ ਤੱਤਾਂ ਨਾਲ ਵਿਗਾੜ ਪੈਦਾ ਕਰਦੇ ਹਾਂ, ਕੁਦਰਤ ਦੇ ਤੱਤਾਂ ਨੂੰ ਵਿਗਾੜਦੇ ਹਾਂ, ਨਿਯਮ ਦੇ ਤੱਤ ਸਾਨੂੰ ਦੁੱਖ ਮਿਲ ਜਾਂਦੇ ਨੇ। ਮੈਂ ਹਵਾ ਨੂੰ ਪੋਲਿਊਟ ਕਰਦਾ ਵਾਂ, ਉਹ ਹਵਾ ਮੈਨੂੰ ਰੋਗ ਦੇ ਦਿੰਦੀ ਹੈ। ਮੈਂ ਪਾਣੀ ਵਿੱਚ ਫੈਕਟਰੀਆਂ ਦਾ ਕੈਮੀਕਲ ਗੰਦਾ ਪਾਣੀ ਛੱਡ ਦਿੰਦਾ, ਕੈਮੀਕਲ ਛੱਡ ਦਿੰਦਾ, ਉਹ ਪਾਣੀ ਮੈਨੂੰ ਹੀ ਦੁੱਖ ਦੇ ਰਿਹਾ ਹੈ। ਮੈਂ ਜ਼ਮੀਨ ਦੇ ਉੱਪਰ ਕੀਟਨਾਸ਼ਕ ਦਵਾਈਆਂ ਛਿੜਕਦਾ, ਜ਼ਹਿਰੀਲੇ ਕੈਮੀਕਲ ਦਾ ਛਿੜਕਾਅ ਕਰਦਾ, ਜ਼ਹਿਰੀਲੇ ਫਲ ਸਬਜ਼ੀਆਂ ਖਾਣਾ, ਮੈਂ ਬਿਮਾਰ ਹੋਣਾ, ਉੱਥੇ ਰੱਬ ਦਾ ਦੋਸ਼ ਥੋੜ੍ਹੇ ਹੈ। ਪ੍ਰਭੂ ਦੀ ਕਾਰ ਤੇ ਸੱਚੀ ਹੈ। ਉਹਨੇ ਤੇ ਸ਼ੁੱਧ ਹਵਾ ਦਿੱਤੀ ਸੀ, ਸ਼ੁੱਧ ਪਾਣੀ ਦਿੱਤਾ ਸੀ, ਸ਼ੁੱਧ ਜ਼ਮੀਨ ਦਿੱਤੀ ਸੀ, ਅਸੀਂ ਵਿਗਾੜ ਲਈ। ਰੱਬ ਦੀ ਕੁਦਰਤ ਬਿਲਕੁਲ ਸ਼ੁੱਧ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਉਹ ਸੱਚੀ ਦੀ ਹਰ ਕਾਰ ਸੱਚੀ ਹੈ, ਅਸੀਂ ਕਾਰ ਵਿਗਾੜ ਲੈਂਦੇ ਹਾਂ। ਪੰਜਾਬ ਦੀ ਧਰਤੀ ਬਠਿੰਡੇ ਵੱਲ ਜਾਓ, ਇੱਕ ਜ਼ਮੀਨ ਦੇ ਉੱਪਰ ਬਕਾਇਦਾ ਉਹਨਾਂ ਨੇ ਉਸ ਜ਼ਮੀਨ ਨੂੰ ਵਾੜ ਲਗਾਈ ਹੋਈ ਹੈ, ਇਸ ਜ਼ਮੀਨ ਅੰਦਰ ਕੋਈ ਨਾ ਜਾਏ। ਕਿਉਂ? ਇੱਥੇ ਜ਼ਮੀਨ ਨੂੰ ਕੈਂਸਰ ਹੋ ਗਿਆ ਹੈ, ਇਹਦੇ ਵਿੱਚ ਕੋਈ ਵੀ ਫਲ ਸਬਜ਼ੀ ਉਗੇਗੀ, ਕੋਈ ਖਾਏਗਾ ਉਹਨੂੰ ਵੀ ਕੈਂਸਰ ਹੋ ਜਾਏਗਾ। ਅਸੀਂ ਤੇ ਜ਼ਮੀਨ ਨੂੰ ਵੀ ਕੈਂਸਰ ਕਰ ਦਿੱਤਾ। ਰੱਬ ਨੇ ਤੇ ਜ਼ਮੀਨ ਕੈਂਸਰ ਵਾਲੀ ਨਹੀਂ ਸੀ ਦਿੱਤੀ, ਅਸੀਂ ਕੈਮੀਕਲ ਪਾ ਦਿੱਤੇ, ਅਸੀਂ ਕੀਟਨਾਸ਼ਕ ਦਵਾਈਆਂ ਛਿੜਕੀਆਂ। ਕਾਰਨ ਸਵਾਰਥ, ਜ਼ਿਆਦਾ ਝਾੜ ਆਏਗਾ, ਜ਼ਿਆਦਾ ਪੈਸੇ ਕਮਾਵਾਂਗੇ। ਇਹ ਨਹੀਂ ਸੀ ਪਤਾ ਇਸ ਭੋਜਨ ਨੇ ਸਾਡੇ ਬੱਚਿਆਂ ਨੂੰ ਹੀ ਖਾਣਾ ਹੈ। ਜਿਨ੍ਹਾਂ ਵਾਸਤੇ ਭੋਜਨ ਤਿਆਰ ਕਰ ਰਹੇ ਹਾਂ ਸਾਡੇ ਬੱਚੇ ਖਾਣਗੇ, ਤੇ ਇਹ ਭੋਜਨ ਸਾਡੇ ਬੱਚਿਆਂ ਨੂੰ ਖਾ ਜਾਏਗਾ, ਜ਼ਹਿਰ ਵਾਲਾ। ਪ੍ਰਭੂ ਦੀ ਕਾਰ ਸੱਚੀ ਹੈ। ਅਸੀਂ ਜ਼ਮੀਨ ਖਰਾਬ ਕੀਤੀ, ਅਸੀਂ ਹਵਾ ਖਰਾਬ ਕੀਤੀ ਫੈਕਟਰੀਆਂ ਦੇ ਧੂਏਂ ਦੇ ਨਾਲ, ਅਸੀਂ ਪਾਣੀ ਖਰਾਬ ਕੀਤਾ ਫੈਕਟਰੀਆਂ ਦੇ ਕੈਮੀਕਲ ਦੇ ਨਾਲ।
ਉਸ ਸੱਚੇ ਦੀ ਕਾਰ ਤੇ ਸੱਚੀ ਸੀ। ਯਾਦ ਰੱਖਿਓ, ਜਿੱਥੇ ਇਨਸਾਨ ਪਹੁੰਚਿਆ ਉੱਥੇ ਉਹਨੇ ਆਪਣੀ ਗੰਦਗੀ ਵੀ ਪਹੁੰਚਾ ਦਿੱਤੀ, ਜੰਗਲਾਂ 'ਚ, ਪਹਾੜਾਂ 'ਚ। ਪਰ ਜਿੱਥੇ ਇਨਸਾਨ ਨਹੀਂ ਪਹੁੰਚਿਆ ਉੱਥੇ ਕੁਦਰਤ ਬਹੁਤ ਖੂਬਸੂਰਤ ਹੈ। ਜਿੱਥੇ ਇਨਸਾਨ ਦਾ ਪਹੁੰਚਣਾ ਮੁਸ਼ਕਲ ਹੈ ਉੱਥੇ ਕੁਦਰਤ ਅੰਤ ਸੁਹਾਵਣੀ ਹੈ। ਜਿੱਥੇ ਇਨਸਾਨ ਪਹੁੰਚ ਗਿਆ ਉੱਥੇ ਇਨਸਾਨ ਨੇ ਗੰਦਗੀ ਫੈਲਾ ਦਿੱਤੀ। ਰੱਬ ਨੇ ਤੇ ਕੁਦਰਤ ਬੜੀ ਸੰਭਾਲ ਕੇ ਰੱਖੀ ਸੀ। ਉਹਨੇ ਦਰਖਤਾਂ ਦੇ ਫੁੱਲ ਲਗਾਏ, ਪਤਝੜ ਆਈ, ਫੁੱਲ ਪੱਤੇ ਟੁੱਟ ਕੇ ਜ਼ਮੀਨ ਤੇ ਡਿੱਗ ਪਏ। ਉਹਨੇ ਸਫਾਈ ਕਰਨੀ ਹੈ, ਰੁੱਖ ਮੈਲੇ ਹੋ ਗਏ ਨੇ, ਪੱਤੇ ਮੈਲੇ ਹੋ ਗਏ। ਉਹਨੇ ਕੀ ਕੀਤਾ? ਮੀਂਹ ਪਾ ਦਿੱਤਾ। ਜੰਗਲਾਂ ਦੇ ਜੰਗਲ ਧੋ ਕੇ ਐਨ ਸਾਫ਼ ਕਰ ਦਿੱਤੇ। ਪਹਾੜਾਂ ਦੇ ਪੱਥਰਾਂ ਦੇ ਪੱਥਰ ਚਮਕਾ ਕੇ ਰੱਖ ਦਿੱਤੇ। ਉਹ ਜਿਹੜਾ ਪਾਣੀ ਆਇਆ ਬਰਸਾਤ ਦਾ, ਜੋ ਮੈਲ ਮਿੱਟੀ ਜ਼ਮੀਨ ਤੇ ਆਈ ਸੀ, ਟੁੱਟੇ ਹੋਏ ਪੱਤੇ ਆਏ ਸਨ, ਉਹ ਪਾਣੀ ਉਹਨਾਂ ਨੂੰ ਨਾਲ ਰੋੜ ਕੇ ਲੈ ਤੁਰਿਆ, ਸਾਰੀ ਗੰਦਗੀ ਸਾਫ਼ ਕਰ ਦਿੱਤੀ। ਸਮੁੰਦਰ 'ਚ ਲਿਜਾ ਕੇ ਗੰਦ ਛੱਡ ਦਿੱਤਾ। ਸਮੁੰਦਰ ਵਿੱਚੋਂ ਗਲ ਕੇ ਖਾਦ ਬਣ ਗਏ, ਚੀਜ਼ਾਂ ਬਣ ਗਏ। ਪ੍ਰਭੂ ਤੇ ਆਪਣੇ ਸੰਸਾਰ ਨੂੰ ਕੇਵਲ ਬਣਾ ਨਹੀਂ ਰਿਹਾ, ਉਹ ਮੀਂਹ ਬਰਸਾਤ ਨਾਲ ਧੋ ਵੀ ਰਿਹਾ, ਸਾਫ਼ ਵੀ ਕਰ ਰਿਹਾ, ਨਵਾਂ ਕਰਕੇ ਚਮਕਾ ਰਿਹਾ ਹੈ। ਪਰ ਜਿੱਥੇ ਇਨਸਾਨ ਚਲਾ ਗਿਆ ਉਹਨੇ ਗੰਦਗੀ ਫੈਲਾਈ। ਇਹ ਦੋਸ਼ ਸਾਡਾ ਹੈ, ਰੱਬ ਦਾ ਨਹੀਂ। ਉਸ ਪ੍ਰਭੂ ਦੀ ਕਾਰ ਤੇ ਸੱਚੀ ਹੈ। ਨਾਨਕ ਸੱਚੇ ਕੀ ਸਾਚੀ ਕਾਰ ਹੈ। ਨਾਨਕ ਉਸ ਪ੍ਰਭੂ ਦਾ ਹਰ ਕੰਮ ਸੱਚਾ ਹੈ। ਸਾਨੂੰ ਉਕਾਈ ਲੱਗਦੀ ਉਹਨੇ ਮੀਂਹ ਕਿਉਂ ਪਾ ਦਿੱਤਾ, ਮੇਰੇ ਕੱਪੜੇ ਖਰਾਬ ਹੋ ਜਾਣਗੇ। ਮੈਨੂੰ ਸਵਾਰਥ ਹੈ ਆਪਣੇ ਕੱਪੜਿਆਂ ਦਾ, ਮੋਹ ਆਪਣੇ ਕੱਪੜਿਆਂ ਦਾ। ਮੈਂ ਆਪਣੇ ਕੱਪੜੇ ਤੇ ਦੇਖਦਾ, ਮੈਂ ਦੂਜੇ ਸੰਸਾਰ ਵੱਲ ਨਹੀਂ ਦੇਖ ਰਿਹਾ ਕਿ ਦੁਨੀਆ ਨੂੰ ਵੀ ਤੇ ਪਾਣੀ ਮਿਲ ਰਿਹਾ ਹੈ। ਉਹਦੀ ਕਿਸੇ ਕਾਰ 'ਚ ਉਕਾਈ ਨਹੀਂ। ਆਦੇਸ਼ ਤਿਸੈ ਆਦੇਸ਼। ਇਸ ਕਰਕੇ ਉਸ ਪ੍ਰਭੂ ਨੂੰ ਆਦੇਸ਼ ਕਰੋ, ਉਹਦੇ ਅੱਗੇ ਨਮਸਕਾਰ। ਜਿਹੜਾ ਕੁੱਲ ਕਾਇਨਾਤ ਦੀ ਸੰਭਾਲ ਕਰ ਰਿਹਾ ਹੈ, ਹਰ ਜੀਵ ਨੂੰ ਜੀਵਨ ਦੇ ਲਈ ਖੁਰਾਕ ਭੋਜਨ ਦੇ ਰਿਹਾ ਹੈ। ਉਹਨੇ ਐਸਾ ਸਿਸਟਮ ਬਣਾ ਦਿੱਤਾ, ਉਹਦਾ ਭੋਜਨ ਮੁੱਕਣ 'ਚ ਨਹੀਂ ਆਉਂਦਾ। ਐਸਾ ਸਿਸਟਮ ਬਣਾ ਦਿੱਤਾ, ਜਿਹਨੂੰ ਉਹਨੇ ਪੈਦਾ ਕੀਤਾ, ਉਹਦੀ ਪਾਲਣਾ ਕੀਤੀ, ਸੰਭਾਲ ਕੀਤੀ, ਉਹਦੀ ਹਰ ਕਾਰ ਸੱਚੀ ਹੈ। ਉਹਨੂੰ ਨਮਸਕਾਰ ਕਰੋ। ਆਦੇਸ਼ ਤਿਸੈ ਆਦੇਸ਼। ਕਿਹਨੂੰ? ਜਿਹੜਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਹਨੂੰ ਨਮਸਕਾਰ ਕਰੋ ਜਿਹੜਾ ਆਦ ਹੈ, ਮੁੱਢ ਹੈ, ਕੁੱਲ ਕਾਇਨਾਤ ਦਾ ਜਿਹੜਾ ਮੂਲ ਹੈ, ਜਿੱਥੋਂ ਕੁੱਲ ਸੰਸਾਰ ਦੀ ਉਤਪਤੀ ਹੈ। ਅਨੀਲ, ਜਿਸ ਪ੍ਰਭੂ ਨੂੰ ਨੀਲ ਕੋਈ ਨਹੀਂ, ਜਿਸ ਪ੍ਰਭੂ ਨੂੰ ਦਾਗ ਕੋਈ ਨਹੀਂ, ਕਲੰਕ ਤੋਂ ਰਹਿਤ ਹੈ। ਅਨਾਦ, ਜਿਹੜਾ ਪ੍ਰਭੂ ਅਨ ਆਦ, ਜਿਹਦਾ ਆਦ ਮੁੱਢ ਲੱਭਿਆ ਹੀ ਨਹੀਂ ਜਾ ਸਕਦਾ। ਅਨਾਹਤ, ਜਿਹੜਾ ਆਹਤ ਨਹੀਂ ਹੁੰਦਾ, ਟਕਰਾਓ 'ਚ ਨਾਸ਼ ਨਹੀਂ ਹੁੰਦਾ, ਅਬਨਾਸ਼ੀ ਹੈ। ਜੁਗ ਜੁਗ ਏਕੋ ਵੇਸ, ਜਿਸ ਪ੍ਰਭੂ ਦਾ ਵੇਸ ਹਰੇਕ ਯੁੱਗ ਵਿੱਚ ਇੱਕੋ ਜਿਹਾ ਹੈ, ਇੱਕ ਸਮਾਨ ਹੈ। ਉਹਨੂੰ ਨਮਸਕਾਰ ਕਰ ਲਓ। ਯਾਦ ਰੱਖਿਓ, ਜਿਸ ਦਿਨ ਜਪਜੀ ਸਾਹਿਬ ਦੀ ਬਾਣੀ ਦੇ ਇਹ ਗੁਣ ਆ ਜਾਣਗੇ। ਜਪਜੀ ਸਾਹਿਬ ਅਸੀਂ ਪੜ੍ਹ ਲੈਂਦੇ ਹਾਂ। ਕਈ ਐਸੇ ਸੱਜਣ ਨੇ ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਬਾਣੀ ਜ਼ੁਬਾਨੀ ਯਾਦ ਹੈ, ਪਰ ਜਪਜੀ ਸਾਹਿਬ ਦੇ ਗੁਣ ਸਾਡੇ ਘਰਾਂ 'ਚ ਬਹੁਤ ਘੱਟ ਨੇ, ਵਿਰਲੇ ਨੇ ਜਿਨ੍ਹਾਂ 'ਚ ਹਨ। ਜਿਸ ਦਿਨ ਅੱਜ ਜਪਜੀ ਸਾਹਿਬ ਦੀ ਬਾਣੀ ਦੇ ਗੁਣ ਸਾਡੇ ਘਰਾਂ 'ਚ, ਪਰਿਵਾਰਾਂ 'ਚ ਆ ਜਾਣਗੇ, ਸਾਡੇ ਬੱਚੇ ਨਸ਼ਿਆਂ ਵਾਲੇ ਪਾਸੇ ਨਹੀਂ ਜਾਣਗੇ, ਜੂਆ ਨਹੀਂ ਖੇਡਣਗੇ, ਸਾਡੇ ਘਰ 'ਚ ਪਤੀ ਪਤਨੀ ਦੇ ਝਗੜੇ ਨਹੀਂ ਹੋਣਗੇ, ਤਲਾਕਾਂ ਨਹੀਂ ਹੋਣਗੀਆਂ, ਸੱਸ ਨੂੰਹ ਦੀ ਲੜਾਈ ਨਹੀਂ ਹੋਏਗੀ। ਬੁਢਾਪੇ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਠੋਕਰਾਂ ਨਹੀਂ ਖਾਣਗੇ, ਬੱਚਿਆਂ ਨੂੰ ਕੋਈ ਝੂਠ ਬੋਲਣਾ ਨਹੀਂ ਸਿਖਾਏਗਾ। ਜਪਜੀ ਸਾਹਿਬ ਦੀ ਬਾਣੀ ਦੇ ਇਹ ਗੁਣ ਜਿਸ ਦਿਨ ਸਾਡੇ ਪਰਿਵਾਰਾਂ ਵਿੱਚ ਆ ਜਾਣਗੇ, ਸਾਡੇ ਪਰਿਵਾਰ ਸਚਿਆਰ ਹੋ ਜਾਣਗੇ, ਅਸੀਂ ਰੱਬ ਵਰਗੇ ਹੋ ਜਾਵਾਂਗੇ, ਰੱਬ ਦੇ ਗੁਣ ਸਾਡੇ 'ਚੋਂ ਪ੍ਰਗਟ ਹੋ ਜਾਣਗੇ। ਆਹ ਹੈ ਜਪਜੀ ਸਾਹਿਬ ਦੀ ਬਾਣੀ ਦਾ ਮੇਨ ਮਨੋਰਥ। ਕਿਵੇਂ ਸਚਿਆਰਾ ਹੋਈ ਹੈ? ਤੇ ਸਚਿਆਰਾ ਹੈ ਪ੍ਰਭੂ ਤੂੰ ਕਰਤਾ ਸਚਿਆਰ। ਜਿਸ ਦਿਨ ਰੱਬ ਦੇ ਗੁਣ ਪ੍ਰਗਟ ਹੋ ਜਾਣਗੇ, ਉਹਦੇ ਨਿਯਮਾਂ ਦੇ ਵਿੱਚ ਅਸੀਂ ਜ਼ਿੰਦਗੀ ਜੀਵਾਂਗੇ, ਅਸੀਂ ਸਚਿਆਰ ਹੋ ਕੇ ਜ਼ਿੰਦਗੀ ਬਤੀਤ ਕਰਾਂਗੇ। ਸਾਡੇ ਘਰ ਵੀ ਖੁਸ਼ੀਆਂ, ਆਨੰਦ, ਇਹ ਸਾਰਾ ਕੁਝ ਫੈਲ ਜਾਏਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸਾਡੀ ਜ਼ਿੰਦਗੀ ਵਿੱਚੋਂ ਵੀ ਗੁਰੂ ਜੀ ਦੀ ਇਹ ਸਿੱਖਿਆ ਸੁਣ ਕੇ ਦੁੱਖ, ਪਾਪ, ਕਲੇਸ਼, ਵਿਕਾਰ ਨਾਸ਼ ਹੋ ਜਾਣਗੇ, ਦੌੜ ਜਾਣਗੇ। ਸਾਡੀ ਜ਼ਿੰਦਗੀ ਵਿੱਚ ਵੀ ਵਿਕਾਸ, ਖੁਸ਼ੀ, ਖੇੜਾ, ਆਨੰਦ, ਪ੍ਰਸੰਨਤਾ ਪੈਦਾ ਹੋ ਜਾਏਗੀ। ਲੋੜ ਹੈ ਜਪਜੀ ਸਾਹਿਬ ਦੇ ਇਹਨਾਂ ਗੁਣਾਂ ਨੂੰ ਪ੍ਰੈਕਟੀਕਲ ਜਿਉਣ ਦੀ। ਇੱਕ ਇੱਕ ਕਦਮ, ਇੱਕ ਇੱਕ ਤੁਕ ਸਾਨੂੰ ਰੋਜ਼ਾਨਾ ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦੀ ਹੈ। ਕਿਵੇਂ ਜਿਉਣਾ ਹੈ? ਜਪਜੀ ਸਾਹਿਬ ਦੀ ਵਿਚਾਰ ਇਹ ਸਾਨੂੰ ਸਚਿਆਰ ਬਣਨ ਦੀ ਪ੍ਰੇਰਨਾ ਦਿੰਦੀ ਹੈ, ਔਰ ਇੰਨੀ ਸਮਰੱਥਾ ਹੈ ਕਿ ਦੁਨੀਆ ਦਾ ਆਖਰੀ ਮਨੁੱਖ ਵੀ ਸਚਿਆਰ ਹੋ ਸਕਦਾ ਹੈ। ਲੋੜ ਹੈ ਇਸ ਵਿਚਾਰ ਨੂੰ ਕਰ ਪਹੁੰਚਾਉਣ ਦੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਖਿਮਾ ਕਰਨੀਆਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।